ਹੁਣ खबर निकल के सामने आई है कि 17 केस ने ਜਿਹੜੇ ਤਕਰੀਬਨ ਭਾਰਤ ਸਰਕਾਰ ਜੋ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਦਰਜ ਹੋਏ ਸੀ ਉਹ ਵਾਪਸ ਲੈਣ ਜਾ ਰਹੀ ਹੈ। ਕੀ ਜਾਣਕਾਰੀ ਹੈ ਤੁਹਾਡੇ ਕੋਲ? ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣ ਸਕਦੀ ਹੈ, ਆਮ ਆਦਮੀ ਪਾਰਟੀ ਦੀ। ਜੇ ਇਹ ਮਾਮਲਾ ਉਹਦੇ ਸਾਹਮਣੇ ਚਲਿਆ ਗਿਆ ਕਿ ਕਿਸਾਨਾਂ ਦੇ ਕੇਸ ਵਾਪਸ ਲੈਣੇ ਆ, ਹਾਲੇ ਤੱਕ ਤਾਂ ਫੈਸਲਾ ਉਹਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫੀ ਦੇ ਉੱਤੇ ਨਹੀਂ ਕੀਤਾ। ਕੁਝ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਕਿ 27 ਕੇਸ ਹੈ ਜਿਹੜੇ ਉਹ ਹੱਲ ਹੋਣ ਦੇ ਨੇੜੇ ਨੇ। 54 ਟੋਟਲ FIR ਨੇ, ਬਾਕੀ 54 ਦਾ ਕੀ ਬਣਿਆ ਇਹਦੇ ਬਾਰੇ ਉਹ ਦੱਸਣਗੇ। ਢਿੱਲੋਂ ਸਾਹਿਬ, ਰੋਡ ਰੇਂਜ ਮਾਮਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਅਪੀਲ ਦਾਖਲ ਕੀਤੀ ਆ, ਕੀ ਫੈਸਲਾ ਆਇਆ ਹੁਣ ਉਸ ਮਾਮਲੇ ਦਾ? ਇਹ ਮਾਮਲਾ ਅਸਲ ਦੇ ਵਿੱਚ ਨਵਜੋਤ ਸਿੱਧੂ ਜਦੋਂ ਨਾਲ ਜੁੜ ਗਿਆ ਤੇ ਰਾਜਨੀਤਿਕ ਬਣ ਗਿਆ। ਪੀੜਤ ਪਰਿਵਾਰ ਹੈ, ਉਹਨਾਂ ਨੇ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਜਿਹਦੇ ਵਿੱਚ ਨਵਜੋਤ ਸਿੱਧੂ ਨੂੰ ਜੁਰਮਾਨਾ ਕਰਤਾ ਸੀ ਪਰ ਬਰੀ ਕਰਤਾ ਸੀ ਜੀ, ਉਹਦੇ ਵਿੱਚ ਦੁਬਾਰਾ ਪਾ ਦਿੱਤਾ ਗਿਆ। ਲੋਕਾਂ ਦੇ ਵਿੱਚ ਇਹ ਚਰਚਾ ਕਿ ਇਹ ਰਾਜਸੀ ਤੌਰ ਤੇ ਪਾਇਆ ਗਿਆ। ਉੱਥੇ ਕਿਹਾ ਫੈਸਲੇ ਵੇਲੇ ਇਹ ਸੀ ਕਿ ਨਾ ਤਾਂ ਸਿੱਧੂ ਜਾਣਦਾ ਸੀ ਜੀ, ਤਕਰਾਰ ਹੋਈ ਹੈ ਗੱਡੀ ਦੇ ਵਿੱਚ ਆਪਸ ਵਿੱਚ ਦੀ, ਇਸ ਕਰਕੇ ਇਹ ਜਿਹੜੀ ਉਹਦੀ ਮੌਤ ਹੋਈ ਆ ਦਿਲ ਦੇ ਦੌਰੇ ਨਾਲ। ਢਿੱਲੋਂ ਸਾਹਿਬ, ਵਿਕਰਮ ਮਜੀਠੀਆ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ, ਨਿਆਇਕ ਹਿਰਾਸਤ ਦੇ ਵਿੱਚ। ਸਿੱਟ ਜੇ ਪੁੱਛਗਿੱਛ ਕਰਨ ਜੋਗੀ ਹੁੰਦੀ ਉੱਥੇ ਘੰਟਾ ਕੁ ਤੋਂ ਪੁੱਛਗਿੱਛ ਕੀਤੀ ਹੈ ਤਾਂ ਉਹ ਆਪਣੇ ਵਕੀਲ ਰਹੀ ਉੱਥੇ ਪਾਉਂਦੇ ਪਟੀਸ਼ਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੋਹਰਾ ਸੰਵਿਧਾਨ ਰੱਖਣ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਟੀ ਘਿਰੀ ਹੋਈ ਆ, ਕੇਸ ਚੱਲ ਰਿਹਾ, ਉਹਦੇ ਵਿੱਚ ਜ਼ਮਾਨਤ ਮਿਲ ਗਈ ਉਹ ਮਾਮਲੇ ਵਿੱਚ ਉਹਨਾਂ ਨੂੰ। ਪਹਿਲਾਂ ਇਸ ਅਕਾਲੀ ਦਲ ਨੇ ਬੜਾ ਜ਼ੋਰ ਲਾਇਆ, ਜਿਹੜੇ ਦਲਜੀਤ ਸਿੰਘ ਚੀਮਾ ਤੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਜ਼ਮਾਨਤ ਮਿਲ ਚੁੱਕੀ। ਅਦਾਲਤ ਨੇ ਪਹਿਲਾਂ ਵੀ ਰਾਹਤ ਦਿੱਤੀ ਹੋਈ ਸੀ ਕਿ ਤੁਸੀਂ ਨਿੱਜੀ ਤੌਰ ਤੇ ਜੇ ਨਹੀਂ ਆ ਸਕਦੇ ਤਾਂ ਨਾ ਆਓ, ਪਰ ਜ਼ਮਾਨਤ ਵਾਸਤੇ ਇੱਕ ਵਾਰੀ ਉਹਨਾਂ ਨੂੰ ਜਾਣਾ ਪੈਣਾ ਸੀ। ਹੁਣ ਜਦੋਂ ਵੀ ਇਹਦੀ ਸੁਣਵਾਈ ਹੋਵੇਗੀ ਉਹ ਐਗਜ਼ੈਂਪਸ਼ਨ ਉਹਨਾਂ ਨੂੰ ਪਹਿਲਾਂ ਰਾਹਤ ਮਿਲ ਚੁੱਕੀ ਆ ਬਾਦਲ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। DFAB ਚੈਨਲ ਪੰਜਾਬੀ ਦੇ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਮੌਜੂਦ ਨੇ। ਢਿੱਲੋਂ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਸਭ ਤੋਂ ਅਹਿਮ ਖਬਰ ਹੈ, 1.25 ਸਾਲ ਕਿਸਾਨੀ ਅੰਦੋਲਨ ਚੱਲਿਆ। ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ 17 ਕੇਸ ਨੇ ਜਿਹੜੇ ਤਕਰੀਬਨ ਭਾਰਤ ਸਰਕਾਰ ਜੋ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਦਰਜ ਹੋਏ ਸੀ ਉਹ ਵਾਪਸ ਲੈਣ ਜਾ ਰਹੀ ਹੈ। ਕੀ ਜਾਣਕਾਰੀ ਹੈ ਤੁਹਾਡੇ ਕੋਲ? ਇਹ ਇੱਕ ਜਾਣਕਾਰੀ ਆਈ ਹੈ ਜਿਹੜੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਰਾਕੇਸ਼ ਅਸਥਾਨਾ ਦੇ ਹਵਾਲੇ ਦੇ ਨਾਲ ਜੀ। ਉਹ ਕਹਿੰਦੇ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਜੀ, ਉਹਨੂੰ 17 ਕੇਸ ਦਿੱਲੀ ਦੀ ਪੁਲਿਸ ਵੱਲੋਂ ਭੇਜ ਦਿੱਤੇ ਨੇ ਕਿ ਅਸੀਂ ਵਾਪਸ ਲੈਣ ਜਾ ਰਹੇ ਹਾਂ। ਭਾਵ ਗੇਂਦ ਦਿੱਲੀ ਸਰਕਾਰ ਦੇ ਪਾਲੇ 'ਚ ਸੁੱਟਤੀ ਆ ਅਰਵਿੰਦ ਕੇਜਰੀਵਾਲ ਦੇ। ਜੀ, ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣ ਸਕਦੀ ਹੈ, ਆਮ ਆਦਮੀ ਪਾਰਟੀ ਦੀ। ਜੇ ਇਹ ਮਾਮਲਾ ਉਹਦੇ ਸਾਹਮਣੇ ਚਲਿਆ ਗਿਆ ਕਿ ਕਿਸਾਨਾਂ ਦੇ ਕੇਸ ਵਾਪਸ ਲੈਣੇ ਆ, ਹਾਲੇ ਤੱਕ ਤਾਂ ਫੈਸਲਾ ਉਹਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫੀ ਦੇ ਉੱਤੇ ਨਹੀਂ ਕੀਤਾ। ਕੁਝ ਵੀ ਇਹਨਾਂ ਚੋਣਾਂ ਦੇ ਵਿੱਚ ਭਾਰੂ ਵੀ ਰਿਹਾ ਪਰ ਲੋਕਾਂ ਦੇ ਵਿੱਚ ਦਬਕੇ ਰਹਿ ਗਿਆ। ਲੋਕ ਪਤਾ ਨਹੀਂ ਐਕਤੀ ਕੀ ਕੁਝ ਚਾਹੁੰਦੇ ਸੀ, ਨਵਾਂ ਕੁਝ ਚਾਹੁੰਦੇ ਸੀ। ਕਈ ਵਾਰੀ ਚਾਅ ਵੀ ਬਹੁਤ ਹੁੰਦਾ ਹੈਗਾ ਕਿ ਆਪਣੇ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਨਾ, ਜੇ ਨਵੀਂ ਬਹੂ ਆ ਜੇ ਘਰ ਦੇ ਵਿੱਚ ਸਾਰਾ ਟੱਬਰ ਹੀ ਉਹਦੀਆਂ ਬਾਲੂ ਲੱਗਿਆ ਹੁੰਦਾ। ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਜਦੋਂ ਸੁਬਾਹ ਸ਼ਾਮ ਟੋਇਲਟ ਜਾਂਦੀਆਂ ਸੀਗੀਆਂ ਬਾਹਰ, ਹੈ ਨਾ, ਤਾਂ 10-15 ਬੀਬੀਆਂ ਇਕੱਠੀਆਂ ਹੋ ਕੇ ਨਾਲ ਜਾਂਦੀਆਂ ਹੁੰਦੀਆਂ ਸੀਗੀਆਂ ਵੀ ਨਵੀਂ ਬਹੂ ਨੂੰ ਲੈ ਕੇ ਚੱਲੇ ਆ ਵਗੈਰਾ ਵਗੈਰਾ। ਸੋ ਇਹ ਚੀਜ਼ ਉੱਥੇ ਚਲੀ ਗਈ ਹੈ। ਕੁੱਲ ਮਾਮਲੇ ਜਿਹੜੇ ਉੱਥੇ ਦਰਜ ਹੋਏ ਸੀ FIR ਉਹ 54 ਸੀ। 100 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਤੱਕ ਜੀ। ਅਸਥਾਨਾ ਸਾਹਿਬ ਕਹਿ ਰਹੇ ਨੇ ਕਿ ਦਿੱਲੀ ਪੁਲਿਸ ਵੱਲੋਂ ਦਰਜ ਕੀਤੇ 5 ਕੇਸ ਇਸ ਵੇਲੇ ਉਹਨਾਂ ਦੇ 4 ਜਿਹੜਾ ਦੋਸ਼ ਪੱਤਰ ਹੈ ਉਹ ਅਦਾਲਤਾਂ 'ਚ ਦਾਖਲ ਕਰ ਚੁੱਕੀ ਹੈ ਜੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਵੱਲੋਂ 5 ਮਾਮਲਿਆਂ 'ਚ ਅਨਟਰੇਸ, ਭਾਵ ਜਿਹੜਾ ਇਹ ਕੇਸ ਦਰਜ ਕੀਤਾ ਸੀ, ਅਨਟਰੇਸ ਦਾ ਮਤਲਬ ਹੁੰਦਾ ਵੀ ਖਤਮ ਹੋ ਗਿਆ, ਸਾਨੂੰ ਇਹਦੇ ਵਿੱਚ ਕੋਈ ਗਵਾਹ ਨਹੀਂ ਲੱਭਿਆ, ਲੈਣਾ ਨਹੀਂ ਦੇਣਾ ਨਹੀਂ। 5 ਇਹ ਹੋ ਗਏ ਤੇ 5 ਹੋ ਗਏ ਜਿਨ੍ਹਾਂ ਦੀ ਦੋਸ਼ ਪੱਤਰ ਦਿੱਤੇ ਜਾ ਚੁੱਕੇ ਨੇ। 17 ਤੇ 10 27 ਤੇ ਫਿਰ ਬਾਕੀ ਜਿਹੜੇ 27 ਰਹਿ ਗਏ ਨੇ ਉਹਨਾਂ ਦਾ ਕੀ ਬਣਿਆ? ਜਾਂ ਆਪਾਂ ਇਹ ਕਹੋ ਕਿ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਥੋੜ੍ਹੀ ਜਿਹੀ ਸਿੱਖਾਂ ਵੱਲ ਨੂੰ ਨਰਮੀ ਤੇ ਥੋੜ੍ਹਾ ਜਿਹਾ
ਜਿਹੜਾ ਸੌਫਟ ਕਾਰਨਰ ਨਰਮੀ ਦਿਖਾਈ ਹੈ ਜੀ, ਇਹ ਉਹਦਾ ਅਸਰ ਤਾਂ ਨਹੀਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੇ ਉੱਤੇ ਕੇਸ ਵੀ ਵਾਪਸ ਕੀਤੇ ਜਾਣੇ ਆ। ਇਹ ਜਿਹੜਾ ਕਿਸਾਨਾਂ ਨਾਲ ਵਾਅਦਾ ਕੀਤਾ ਸੀਗਾ ਨਰਿੰਦਰ ਮੋਦੀ ਨੇ, ਤਿੰਨੇ ਕਾਨੂੰਨ ਵਾਪਸ ਲੈ ਕੇ, ਉਹਦਾ ਇੱਕ ਹਿੱਸਾ ਹੈ ਜੀ। ਇਹਨੂੰ ਇਸ ਸੰਦਰਭ 'ਚ ਲੈ ਲੈਣਾ ਚਾਹੀਦਾ ਹੈ ਕਿ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਕਿ 27 ਕੇਸ ਹੈ ਜਿਹੜੇ ਉਹ ਹੱਲ ਹੋਣ ਦੇ ਨੇੜੇ ਨੇ। 54 ਟੋਟਲ FIRਾਂ ਨੇ, ਬਾਕੀ 54 ਦਾ ਕੀ ਬਣਿਆ ਇਹਦੇ ਬਾਰੇ ਉਹ ਦੱਸਣਗੇ। ਲੇਕਿਨ ਗੇਂਦ ਅਰਵਿੰਦ ਕੇਜਰੀਵਾਲ ਦੇ ਪਾਲੇ 'ਚ ਸੁੱਟਤੀ ਹੈ। ਕੀ ਅਰਵਿੰਦ ਕੇਜਰੀਵਾਲ ਇਹਦੇ ਉੱਤੇ ਫੈਸਲਾ ਲੈਂਦਾ ਹੈ, ਇਹ ਉਹਦੇ ਤੇ ਨਿਰਭਰ ਕਰੇਗਾ। ਪਰ ਇੱਕ ਸ਼ੁਰੂਆਤ ਹੋ ਚੁੱਕੀ ਹੈ, ਜਿਹਨੂੰ ਦਾ ਸਵਾਗਤ ਕਰਾਂਗੇ, ਚੰਗੀ ਗੱਲ ਕਹਾਂਗੇ ਜੀ। ਢਿੱਲੋਂ ਸਾਹਿਬ, ਰੋਡ ਰੇਂਜ ਮਾਮਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਅਪੀਲ ਦਾਖਲ ਕੀਤੀ ਆ, ਕੀ ਫੈਸਲਾ ਆਇਆ ਹੁਣ ਉਸ ਮਾਮਲੇ ਨਹੀਂ? ਦੇ? ਇਸ ਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਪਿਛਲੇ ਸਮੇਂ ਦੌਰਾਨ ਹਾਈ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਸੀ, ਲੋਅਰ ਕੋਰਟ ਨੇ ਉਹਨੂੰ ਬਰੀ ਕਰਤਾ ਸੀ ਜੀ, ਉਹਨੂੰ ਅੱਗੇ ਲੈ ਕੇ ਗਏ। ਇਹ ਮਾਮਲਾ ਅਸਲ ਦੇ ਵਿੱਚ ਨਵਜੋਤ ਸਿੱਧੂ ਜਦੋਂ ਨਾਲ ਜੁੜ ਗਿਆ ਤੇ ਰਾਜਨੀਤਿਕ ਬਣ ਗਿਆ। ਬਿਲਕੁਲ। ਨਵਜੋਤ ਸਿੱਧੂ ਨੇ ਜਿਨ੍ਹਾਂ ਵਿਰੁੱਧ ਕੰਮ ਕੀਤਾ ਤੇ ਕਿਹਾ ਕਿ ਮੈਂ ਬਾਹਰ ਕਢਾਇਆ ਹੈ, ਉਹ ਸੁੱਖ ਨਾਲ ਥੋੜੀ ਬੈਠਣਗੇ ਟਿਕ ਕੇ। ਉੱਥੇ ਰਿਵਿਊ ਪਟੀਸ਼ਨ ਪਾਤੀ ਸੀ ਚੋਣਾਂ ਦੇ ਦੌਰਾਨ, ਕਿਉਂਕਿ ਇਹ ਜਿਹੜਾ ਮਾਮਲਾ ਵਾਪਰਿਆ ਸੀਗਾ ਗੁਰਨਾਮ ਸਿੰਘ ਘਲੋੜੀ ਦੇ ਨਾਲ ਵਾਪਰਿਆ ਸੀ। ਉਹਨਾਂ ਦੇ ਸੁਪੁੱਤਰ ਨੇ ਅਵਤਾਰ ਸਿੰਘ ਘਲੋੜੀ ਹੋਰੀ। ਉਹ ਪਤਾ ਲੱਗਿਆ ਕਿ ਜਿਹੜੇ ਪੀੜਤ ਪਰਿਵਾਰ ਹੈ, ਉਹਨਾਂ ਨੇ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਜਿਹਦੇ ਵਿੱਚ ਨਵਜੋਤ ਸਿੱਧੂ ਨੂੰ ਜੁਰਮਾਨਾ ਕਰਤਾ ਸੀ ਪਰ ਬਰੀ ਕਰਤਾ ਸੀ ਜੀ, ਉਹਦੇ ਵਿੱਚ ਦੁਬਾਰਾ ਪਾ ਦਿੱਤਾ ਗਿਆ। ਲੋਕਾਂ ਦੇ ਵਿੱਚ ਇਹ ਚਰਚਾ ਕਿ ਇਹ ਰਾਜਸੀ ਤੌਰ ਤੇ ਪਾਇਆ ਗਿਆ ਉੱਥੇ। ਸੋ ਇਸ ਮਾਮਲੇ ਦੇ ਵਿੱਚ ਆਪਣਾ ਕੁਲਦੀਪ ਜੀ ਰਿਵਿਊ ਪਟੀਸ਼ਨ ਪਾਈ ਹੈ ਜੀ ਕਿਸੇ ਨੇ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਪਾਤਾ ਵੀ ਜਦੋਂ ਪੁਰਾਣਾ ਕੇਸ ਇਹ ਮਾਮਲਾ ਹੱਲ ਹੋ ਗਿਆ, ਕਿਹਾ ਫੈਸਲੇ ਵੇਲੇ ਇਹ ਸੀ ਕਿ ਨਾ ਤਾਂ ਸਿੱਧੂ ਜਾਣਦਾ ਸੀ, ਜੀ, ਤਕਰਾਰ ਹੋਈ ਹੈ ਗੱਡੀ ਦੇ ਵਿੱਚ ਆਪਸ ਵਿੱਚ ਦੀ, ਇਸ ਕਰਕੇ ਇਹ ਜਿਹੜੀ ਉਹਦੀ ਮੌਤ ਹੋਈ ਆ ਦਿਲ ਦੇ ਦੌਰੇ ਨਾਲ। ਉਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਨੂੰ ਕਤਲ ਮੰਨਿਆ ਜਾਵੇ। ਇਹ ਗੈਰ ਇਰਾਦਤਨ ਕਤਲ 'ਚ ਤਬਦੀਲ ਕਰਤਾ ਸੀ। 3 ਦਹਾਕੇ ਤੋਂ ਵੱਧ ਦਾ ਮਾਮਲਾ 88 ਦੇ ਲਗਭਗ ਦਾ ਤਾਂ 3.5 ਦਹਾਕੇ ਦੇ ਕਰੀਬ ਹੋ ਗਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਹੁਣ 2 ਹਫ਼ਤੇ ਤੱਕ ਇਹ ਮਾਮਲਾ ਟਾਲਤਾ ਤੇ ਨਵਜੋਤ ਸਿੰਘ ਸਿੱਧੂ ਨੂੰ ਇਹਦੇ 'ਚ ਬਕਾਇਦਾ ਤੌਰ ਤੇ ਜਵਾਬ ਦੇਣ ਲਈ ਕਿਹਾ ਜੀ। ਨਵਜੋਤ ਸਿੰਘ ਸਿੱਧੂ ਨੇ ਕਹਿੰਦੇ ਜਿਹੜੀ ਪਟੀਸ਼ਨ ਪਈ ਆ ਉਹਨੇ ਵੀ ਇਹ ਕਿਹਾ ਕਿ ਜੀ ਮੇਰਾ ਕੋਈ ਤਾਲੁਕਾਤ ਨਹੀਂ ਸੀ, ਮੇਰਾ ਇਸ ਤਰ੍ਹਾਂ ਦਾ ਨਾ ਕੋਈ ਕਾਰ ਵਿਹਾਰ ਪਹਿਲਾਂ ਚੱਲਦਾ ਨਾ ਪਿੱਛੇ ਕੇਸ ਚੱਲਦਾ, ਇਹ ਤਾਂ ਜਾਣਬੁੱਝ ਕੇ ਮੈਨੂੰ ਫਸਾਇਆ ਜਾ ਰਿਹਾ ਹੈ। ਹੁਣ ਮਾਨਯੋਗ ਅਦਾਲਤ 2 ਹਫ਼ਤੇ, ਜੇ 2 ਹਫ਼ਤੇ ਮੰਨੀਏ ਤਾਂ ਇਹ ਮੰਨਿਆ ਜਾ ਸਕਦਾ ਕਿ 10 ਮਾਰਚ ਨੂੰ ਜਿਹੜਾ ਹੈਗਾ ਨਤੀਜੇ ਆਉਣੇ, ਉਸ ਤੋਂ ਅਗਲਾ ਦਿਨ 11 ਮਾਰਚ ਤੇ ਸ਼ਾਇਦ ਇਹ ਤਰੀਕ ਮੁਕਰਰ ਕਰ ਦਿੱਤੀ ਗਈ ਹੈ ਜੀ। ਢਿੱਲੋਂ ਸਾਹਿਬ, ਬਿਕਰਮ ਮਜੀਠੀਆ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ, ਨਿਆਇਕ ਹਿਰਾਸਤ ਦੇ ਵਿੱਚ। ਹਾਂ, ਕੀ ਲੱਗਦਾ ਇਸੇ ਦੌਰਾਨ ਕੋਈ ਸਿੱਟ ਵੀ ਉਹਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ? ਇਹ ਸਿੱਟ ਨੇ ਕਿਹੜੀ ਸਵਾੜ ਹੋਣੀ ਹੈ? ਸਿੱਟ ਜੇ ਪੁੱਛਗਿੱਛ ਕਰਨ ਜੋਗੀ ਹੁੰਦੀ ਉੱਥੇ ਘੰਟਾ ਕੁ ਤੋਂ ਪੁੱਛਗਿੱਛ ਕੀਤੀ ਹੈ ਤਾਂ ਉਹ ਆਪਣੇ ਵਕੀਲ ਰਾਹੀਂ ਉੱਥੇ ਪਾਉਂਦੇ ਪਟੀਸ਼ਨ ਕਿ ਸਾਨੂੰ ਇਹ ਪੁਲਿਸ ਰਿਮਾਂਡ ਦਿੱਤਾ ਜਾਵੇ। ਇਹੀ ਗੱਲ ਸੋਰਸਾਂ ਦੇ ਹਵਾਲੇ, ਸੂਤਰਾਂ ਦੇ ਹਵਾਲੇ ਨਾਲ ਨਿਕਲ ਕੇ ਆ ਰਹੀ ਹੈ ਕਿ ਸਿੱਟ ਨੇ ਪੁਲਿਸ ਹਿਰਾਸਤ ਵਾਸਤੇ ਮੰਗੀ ਨਹੀਂ ਕੀਤੀ। ਫਿਰ ਅਦਾਲਤ ਕੋਲ ਹੋਰ ਇਹਦਾ ਆਲਟਰਨੇਟਿਵ ਕੀ ਸੀ? ਜਾਂ ਤਾਂ ਉਹਦੀ ਜ਼ਮਾਨਤ ਮਨਜ਼ੂਰ ਕੀਤੀ ਜਾਂਦੀ, ਜਾਂ ਜ਼ਮਾਨਤ ਅਰਜੀ ਕੱਲ੍ਹ ਹੀ ਪਾਈ ਹੈ, ਉਹਦੇ ਵਿੱਚ ਨੋਟਿਸ ਜਾਰੀ ਹੋਣੇ ਹੁੰਦੇ ਆ ਦੂਜੀਆਂ ਧਿਰਾਂ ਨੂੰ। ਅੱਜ ਇਹਦੇ ਤੇ ਸੁਣਵਾਈ ਹੋਈ ਜੀ। ਕੱਲ ਅਦਾਲਤ ਕੋਲੇ ਇਸ ਤਰ੍ਹਾਂ ਦਾ ਕੋਈ ਰਸਤਾ ਨਹੀਂ ਸੀ ਕਿ ਉਹਨੂੰ ਨਿਆਇਕ ਹਿਰਾਸਤ 'ਚ ਨਾ ਭੇਜਿਆ ਜਾਂਦਾ। ਬਿਕਰਮ ਸਿੰਘ ਮਜੀਠੀਆ ਨੂੰ ਨਿਆਇਕ ਹਿਰਾਸਤ 'ਚ ਭੇਜ ਕੇ ਕਹਿੰਦੇ ਸੀ ਪਹਿਲਾਂ ਸੰਗਰੂਰ ਵਾਸਤੇ ਕੀਤਾ, ਬਾਅਦ ਦੇ ਵਿੱਚ ਇਹ ਪਟਿਆਲਾ ਜੇਲ੍ਹ 'ਚ ਲਿਆਂਦਾ ਗਿਆ। ਅੱਜ ਕੱਲ੍ਹ ਉਹ ਪਟਿਆਲਾ ਜੇਲ੍ਹ ਦੇ ਵਿੱਚ ਆ ਗਏ ਨੇ ਨਿਆਇਕ ਹਿਰਾਸਤ ਅਧੀਨ, ਅਦਾਲਤੀ ਹਿਰਾਸਤ ਦੇ ਅਧੀਨ। ਲੇਕਿਨ ਪਹਿਲਾਂ ਹੇਠਲੀ ਅਦਾਲਤ ਉਹਦੀ ਐਂਟੀਸਪੇਟਰੀ ਜ਼ਮਾਨਤ ਰੱਦ ਕਰ ਚੁੱਕੀ ਹੈ। ਇਸ ਕਰਕੇ ਜਿਹੜਾ ਫੈਸਲਾ ਰਾਖਵਾਂ ਰੱਖ ਲਿਆ, ਜਾਂ ਤਾਂ ਅਦਾਲਤ ਉਸੇ ਵੇਲੇ ਉਹਨੂੰ ਬੇਲ ਦੇ ਦਿੰਦੀ, ਜ਼ਮਾਨਤ ਦੇ ਦਿੰਦੀ। ਪਰ ਹੁਣ ਇਹ ਸਮਝਿਆ ਜਾ ਰਿਹਾ ਕਿ ਜਿਹੜਾ ਫੈਸਲਾ ਰਾਖਵਾਂ ਰੱਖਿਆ, ਹੋ ਸਕਦਾ ਪਹਿਲਾਂ ਵੀ ਸੈਸ਼ਨ ਅਦਾਲਤ ਨੇ ਅਗਾਊਂ ਜ਼ਮਾਨਤ ਰੱਦ ਕਰਤੀ ਸੀ, ਇੱਥੋਂ ਸ਼ਾਇਦ ਰੱਦ ਹੋ ਜਾਵੇ। ਫਿਰ ਬਿਕਰਮ ਸਿੰਘ ਮਜੀਠੀਏ ਨੂੰ ਦੂਜਾ ਜਿਹੜਾ ਰਸਤਾ ਹੈਗਾ ਉਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਹੈ। 8 ਮਾਰਚ ਤੱਕ ਮਜੀਠੀਏ ਹੋਰਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ। ਜੇ ਤਾਂ ਉਹਨਾਂ ਦੀ ਜ਼ਮਾਨਤ ਉਦੋਂ ਪਹਿਲਾਂ ਹੋ ਗਈ ਫਿਰ ਤਾਂ ਉਹ ਰਿਹਾ ਹੋ ਜਾਣਗੇ, ਜੇ ਨਹੀਂ ਹੁੰਦੀ ਤੇ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਦੁਬਾਰਾ ਪਟੀਸ਼ਨ ਪਾਉਣੀ ਪਊਗੀ ਉਹਨਾਂ ਦੀ ਸਫਾਈ ਧਿਰ ਵੱਲੋਂ।
ਉੱਥੇ ਕੀ ਫੈਸਲਾ ਹੁੰਦਾ ਉਹਦੇ ਤੇ ਨਿਰਭਰ ਕਰਦਾ ਹੈ ਕਿ ਉਦੋਂ ਪਹਿਲਾਂ ਜ਼ਮਾਨਤ ਹੁੰਦੀ ਹੈ, ਕਿਉਂਕਿ 10 ਮਾਰਚ ਨੂੰ ਨਤੀਜੇ ਵੀ ਆਉਣੇ ਆ ਜੀ। ਇਸ ਵੇਲੇ ਕਸੂਤੀ ਸਥਿਤੀ ਦੇ ਵਿੱਚ ਹੈ, ਸਿੱਟ ਵਾਲੇ ਵੀ ਕਸੂਤੀ ਸਥਿਤੀ 'ਚ ਨੇ ਕਿ 10 ਮਾਰਚ ਨੂੰ ਪਤਾ ਨਹੀਂ ਸਰਕਾਰ ਬਣਨੀ ਹੈ ਤੇ ਕਿਹਦੀ ਬਣਨੀ ਹੈ। ਬਿਲਕੁਲ। ਇਸ ਕਰਕੇ ਸਿੱਟ ਆਪਦੇ ਤਰੀਕੇ ਨਾਲ ਕਰਦੀ ਹੈ। ਜਿਹੜੇ AIG ਨੇ ਬਲਰਾਜ ਸਿੰਘ ਇਹਦੀ ਅਗਵਾਈ ਕਰਦੇ ਆ, ਪਤਾ ਨਹੀਂ ਉਹਨਾਂ ਨੇ ਕੱਲ ਕਿਉਂ, ਇਹਦਾ ਜਵਾਬ ਤਾਂ ਬਲਰਾਜ ਸਿੰਘ ਦੇਣਗੇ ਕਿ ਜਾਂ ਤਾਂ ਪਹਿਲੇ ਹੀ ਪੁੱਛ-ਗਿੱਛਾਂ ਬਹੁਤ ਹੋ ਗਈਆਂ ਸੀਗੀਆਂ, ਹੁਣ ਦੁਬਾਰਾ ਪੁੱਛ-ਗਿੱਛ ਦੀ ਜ਼ਰੂਰਤ ਨਹੀਂ, ਤੇ ਪਤਾ ਲੱਗੇਗਾ ਅਦਾਲਤ ਦਾ ਫੈਸਲਾ ਆਉਂਦਾ ਤੇ ਕੀ ਆਉਂਦਾ, ਰਾਹਤ ਵਾਲਾ ਆਉਂਦਾ ਤੇ ਜਾਂ ਜੇ ਰੱਦ ਹੁੰਦੀ ਹੈ ਤਾਂ ਉਹਨਾਂ ਕੋਲੇ ਅਗਲਾ ਰਸਤਾ ਜਿਹੜਾ ਹੈਗਾ ਅਗਲੇ ਹਫ਼ਤੇ ਦੇ ਵਿੱਚ ਉਹ ਫਿਰ ਹਾਈ ਕੋਰਟ ਜਾਣ ਦਾ ਹੀ ਰਹਿ ਜਾਂਦਾ ਹੈ। ਜੀ ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੋਹਰਾ ਸੰਵਿਧਾਨ ਰੱਖਣ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਟੀ ਘਿਰੀ ਹੋਈ ਆ, ਕੇਸ ਚੱਲ ਰਿਹਾ, ਉਹਦੇ ਵਿੱਚ ਜ਼ਮਾਨਤ ਮਿਲ ਗਈ ਉਹ ਮਾਮਲੇ ਵਿੱਚ ਉਹਨਾਂ ਨੂੰ। ਇਹ ਮਾਮਲਾ ਹੈ ਤਾਂ 2009 ਦਾ ਜੀ। ਬਜ਼ੁਰਗ ਆਗੂ ਨੇ ਸੋਸ਼ਲਿਸਟ ਪਾਰਟੀ ਦੇ ਬਲਵੰਤ ਸਿੰਘ ਖੇੜਾ, ਪਹਿਲਾਂ ਇਸ ਅਕਾਲੀ ਦਲ ਨੇ ਬੜਾ ਜ਼ੋਰ ਲਾਇਆ, ਜਿਹੜੇ ਦਲਜੀਤ ਸਿੰਘ ਚੀਮਾ ਤੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਜ਼ਮਾਨਤ ਮਿਲ ਚੁੱਕੀ ਹੈ। ਇਹ ਸਿਵਲ ਨੇਚਰ ਦਾ ਕੇਸ ਹੈ। ਇਹ ਗਏ ਸੀ ਹਾਈ ਕੋਰਟ 'ਚ, ਹਾਈ ਕੋਰਟ 'ਚ ਕਿਹਾ ਸੀ ਕਿ ਜਿਹਨੂੰ ਰੱਦ ਕਰੋ, ਇਸ ਤਰ੍ਹਾਂ ਦਾ ਨਹੀਂ। ਹਾਈ ਕੋਰਟ ਨੇ ਇਹਨਾਂ ਦੀ ਅਰਜ਼ੀ ਰੱਦ ਕਰਕੇ ਇਹਨਾਂ ਨੂੰ ਕਿਹਾ ਵੀ ਜਾਓ ਜਿਹੜੀ ਕੋਰਟ ਦੇ ਵਿੱਚ ਟ੍ਰਾਇਲ ਕੋਰਟ, ਸੁਣਵਾਈ ਵਾਲੀ ਕੋਰਟ ਵਿੱਚ ਜਿੱਥੇ ਤੁਹਾਡਾ ਕੇਸ ਚੱਲਦਾ ਉੱਥੇ ਜਾ ਕੇ ਪੇਸ਼ ਹੋ ਜਾਓ, ਤਾਂ ਹੀ ਤੁਸੀਂ ਦੁਬਾਰਾ ਇੱਥੇ ਆ ਗਏ। ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਦੀ ਜ਼ਮਾਨਤ ਪਹਿਲਾਂ ਹੋ ਚੁੱਕੀ ਹੈ, ਤਾਂ ਚੋਣਾਂ ਤੋਂ ਬਾਅਦ ਅੱਜ ਪ੍ਰਕਾਸ਼ ਸਿੰਘ ਬਾਦਲ ਕੱਲ ਇਸ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਗਏ, ਜਿਨ੍ਹਾਂ ਨੇ ਆਪਣੇ ਜ਼ਮਾਨਤ ਦੇ ਵਾਰਡ ਭਰਤੇ ਹੈ। ਬਾਦਲ ਸਾਹਿਬ ਨੂੰ ਅਦਾਲਤ ਨੇ ਪਹਿਲਾਂ ਵੀ ਰਾਹਤ ਦਿੱਤੀ ਹੋਈ ਸੀ ਕਿ ਤੁਸੀਂ ਨਿੱਜੀ ਤੌਰ ਤੇ ਜੇ ਨਹੀਂ ਆ ਸਕਦੇ ਤਾਂ ਨਾ ਆਓ, ਪਰ ਜ਼ਮਾਨਤ ਵਾਸਤੇ ਇੱਕ ਵਾਰੀ ਉਹਨਾਂ ਨੂੰ ਜਾਣਾ ਪੈਣਾ ਸੀ। ਹੁਣ ਜਦੋਂ ਵੀ ਇਹਦੀ ਸੁਣਵਾਈ ਹੋਵੇਗੀ, ਉਹ ਐਗਜ਼ੈਂਪਸ਼ਨ ਉਹਨਾਂ ਨੂੰ ਪਹਿਲਾਂ ਰਾਹਤ ਮਿਲ ਚੁੱਕੀ ਆ ਬਾਦਲ ਸਾਹਿਬ ਨੂੰ। ਸੋ ਬਾਦਲ ਸਾਹਿਬ ਇਸ ਕਰਕੇ ਜਿਹੜਾ ਹੈਗਾ ਕੱਲ ਆਪਣੀ ਜ਼ਮਾਨਤ ਕਰਾ ਚੁੱਕੇ ਨੇ। ਇਸ ਕੇਸ ਦੇ ਵਿੱਚ ਜਦੋਂ ਇਹ ਗੁਰਦੁਆਰੇ ਦੀਆਂ ਚੋਣਾਂ ਲੜਦੇ ਨੇ ਤਾਂ ਉੱਥੇ ਕਹਿੰਦੇ ਆ ਵੀ ਅਸੀਂ ਸਿੱਖ ਪਾਰਟੀ ਹਾਂ, ਅਕਾਲੀ ਦਲ। ਜਦੋਂ ਵਿਧਾਨ ਸਭਾ ਲੜਦੇ ਨੇ ਤਾਂ ਉੱਥੇ ਕਹਿੰਦੇ ਨੇ ਅਸੀਂ ਧਰਮ ਨਿਰਪੱਖ ਪਾਰਟੀ ਹਾਂ। ਉੱਥੇ ਧਰਮ ਦਾ ਸਹਾਰਾ, ਉੱਥੇ ਨਹੀਂ। ਇਸੇ ਕਰਕੇ ਤਾਂ 1996 ਦੇ ਵਿੱਚ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਸੀ ਉਹਨੂੰ ਬੰਦ ਕਰਕੇ ਛੱਡ ਦਿੱਤਾ ਗਿਆ ਸੀ। ਹੁਣ ਇਹ ਨਾ ਅਕਾਲੀ ਰਹੇ ਨਾ ਪੰਜਾਬੀ ਰਹੇ, ਪਤਾ ਨਹੀਂ ਕੀ ਨੇ। ਇਸ ਮਾਮਲੇ ਦੇ ਵਿੱਚ ਜਿਹੜੇ ਬਲਵੰਤ ਸਿੰਘ ਖੇੜਾ ਨੇ ਉਹ ਕਾਫੀ ਉਮਰ ਦੇ ਹੋ ਚੁੱਕੇ ਨੇ, 85 ਸਾਲ ਦੇ ਲਗਭਗ, ਪਰ ਉਹ ਦੂਰੇ ਸੰਵਿਧਾਨ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਘੇਰਦੇ ਫਿਰਦੇ। ਅਦਾਲਤ ਦੇਖ ਲਓ 13-14 ਸਾਲ ਹੋ ਗਏ ਇਹ ਮਾਮਲਾ ਚੱਲਦੇ ਨੂੰ, ਅਜੇ ਤੱਕ ਕਿਸੇ ਪਾਸੇ ਨਹੀਂ ਲੱਗਿਆ। ਹੁਣ ਸੁਣਵਾਈ ਅੱਗੇ ਵਧੇਗੀ। ਜੀ ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਅੱਜ ਬਿਆਨ ਆਇਆ JP ਨੱਡਾ ਦਾ, ਜੋ ਕਿ BJP ਦੇ ਪ੍ਰਧਾਨ ਨੇ। ਉਹ ਕਹਿੰਦੇ, ਇੱਕ ਪੱਤਰਕਾਰ ਨੇ ਸਵਾਲ ਉਹਨਾਂ ਨੂੰ ਕੀਤਾ ਕਿ ਅਕਾਲੀ ਦਲ ਨਾਲ ਤੁਸੀਂ ਗੱਠਜੋੜ ਕਰ ਸਕਦੇ ਹੋ ਪੰਜਾਬ ਦੇ ਵਿੱਚ, ਉਹ ਤਾਂ ਕਹਿੰਦੇ ਨਤੀਜੇ ਹੀ ਦੱਸਣਗੇ। ਇਹਦਾ ਮਤਲਬ ਤਾਂ BJP ਤਿਆਰ ਆ, ਉੱਧਰੋਂ ਅਕਾਲੀ ਦਲ ਵੀ ਤਿਆਰ ਹੋ ਸਕਦਾ ਗੱਠਜੋੜ ਕਰਨ ਦੇ ਲਈ। ਨਹੀਂ, ਅਕਾਲੀ ਦਲ ਤਾਂ ਪਹਿਲਾਂ ਕਹੀ ਜਾਂਦਾ ਹੈ, ਉਹ ਤਾਂ ਨੰਗੇ ਪੈਰੀ ਜਾ ਵੜਨਗੇ। ਜਿਵੇਂ 1996 ਦੇ ਵਿੱਚ ਪਤਾ ਲੱਗਿਆ ਸੀ ਕਿ ਬਰਨਾਲਾ ਸਾਹਿਬ ਕਿਤੇ ਪ੍ਰਧਾਨ ਮੰਤਰੀ ਨਾ ਬਣ ਜਾਣ ਤੀਜੇ ਫਰੰਟ ਵੱਲੋਂ, ਤੇ ਬਿਨਾਂ ਚੱਪਲਾਂ ਪਾਏ ਬਾਦਲ ਸਾਹਿਬ ਨੇ ਜਾ ਕੇ ਵਾਜਪਾਈ ਸਾਹਿਬ ਨੂੰ ਬਿਨਾਂ ਸ਼ਰਤ ਹਮਾਇਤ ਦੇਤੀ ਸੀ ਕਿ ਬਰਨਾਲਾ ਸਾਹਿਬ ਨਾ ਕਿਤੇ ਬਣ ਜਾਣ। ਸੋ ਹੁਣ ਵੀ ਜਿੱਦਾਂ ਚੋਣਾਂ ਹੋਈਆਂ ਸੀ 20 ਤਰੀਕ ਨੂੰ, ਬਿਕਰਮ ਸਿੰਘ ਮਜੀਠੀਆ ਦਾ ਬਿਆਨ ਤਾਂ ਉਧਰ ਹੀ ਛਪਿਆ ਪਿਆ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰ ਸਕਦੇ ਹਾਂ। ਜੇ ਇਹਨਾਂ ਦੀਆਂ ਸੀਟਾਂ ਆ ਗਈਆਂ, ਰਲ ਮਿਲ ਕੇ ਸਰਕਾਰ ਬਣਾਉਣੀ, ਭਾਵੇਂ ਖਿਚੜੀ ਦੀ ਸਰਕਾਰ ਬਣੇ, ਤਾਂ ਇਹ ਤਾਂ ਪਹਿਲਾਂ ਕਹਿ ਚੁੱਕੇ ਨੇ, ਕਿਉਂਕਿ 5 ਸਾਲ ਸੱਤਾ ਤੋਂ ਬਾਹਰ ਰਹੇ, 5 ਸਾਲ ਹੋਰ ਸੱਤਾ ਤੋਂ ਬਾਹਰ ਰਹਿਣਾ ਬਹੁਤ ਔਖਾ ਹੈ। ਬਿਲਕੁਲ। ਇਸ ਕਰਕੇ ਇਹ ਤਾਂ ਨੰਗੇ ਪੈਰੀ ਭੱਜੇ ਜਾਣਗੇ। ਆ ਵੱਡੇ ਬਾਦਲ ਸਾਹਿਬ ਨੇ ਜਾ ਕੇ ਕਹਿ ਦੇਣਾ ਉਹ ਕਾਕਾ ਕੋਈ ਗੱਲ ਨਹੀਂ ਹੈ, ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਹੁੰਦੀਆਂ ਨੇ। ਅਸੀਂ ਤਾਂ ਮੋਦੀ ਸਾਹਿਬ ਸਦਾ ਤੁਹਾਡੇ ਹੀ ਹੈ ਜੀ, ਤੁਹਾਡੇ ਤੋਂ ਕਦੋਂ ਬਾਹਰ ਗਏ ਆ। ਇਹ ਜਵਾਕਾਂ ਤੋਂ ਕਦੇ ਗਲਤੀਆਂ ਗੁਲਤੀਆਂ ਹੋ ਜਾਂਦੀਆਂ, ਇਹਨਾਂ ਦੀਆਂ ਗਲਤੀਆਂ ਮਾਫ ਕਰੋ ਤੇ ਤੁਹਾਡੇ ਬੱਚੇ ਨੇ, ਇਹਨਾਂ ਨੂੰ ਲਾਓ ਗੱਲ ਨਾਲ ਜੀ। ਤੇ ਜੇ ਸਿਆਸਤ ਦੇ ਵਿੱਚ ਕੋਈ ਕੁਝ ਨਹੀਂ ਹੁੰਦਾ, ਕਦੋਂ ਕੌਣ ਕਿਹਦੇ ਨਾਲ ਜਾ ਰਲੇ, ਕੌਣ ਕਦੋਂ ਆ ਬਹੁਜਨ ਸਮਾਜ ਪਾਰਟੀ ਨਾਲ ਕਦੇ ਸੁਣਦੇ ਸੀ? ਜਿਸ ਢੰਗ ਨਾਲ ਬੜਾ ਬੇਆਬਰੂ ਹੋ ਕਰ ਨਿਕਲੇ ਥੇ ਤੇਰੇ ਕੂਚੇ ਸੇ ਹਮ ਜੀ। 1996 ਦੇ ਵਿੱਚ ਸਭ ਤੋਂ ਵੱਧ ਸੀਟਾਂ 13 ਲੋਕ ਸਭਾ ਦੀਆਂ ਸੀਟਾਂ ਨੇ ਪੰਜਾਬ ਦੀਆਂ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ 96 'ਚ 11 ਸੀਟਾਂ ਜਿੱਤੀਆਂ ਸੀ। ਕਾਂਗਰਸ ਦੇ ਪੱਲੇ 2 ਸੀਟਾਂ ਹੀ ਪਈਆਂ ਸੀ। ਤੇ ਹੁਣ ਸੁਖਬੀਰ ਸਿੰਘ ਬਾਦਲ ਜਦੀ ਬੇਬੇ ਮਾਇਆਵਤੀ ਆਈ, ਉਹਦੇ ਬਿਆਨ ਦਿੰਦੇ ਸੀ ਸਟੇਜ ਤੇ ਖੜ ਕੇ ਕਿ ਅਕਾਲੀ ਦਲ ਜਿਹਦੇ ਨਾਲ ਸਮਝੌਤਾ ਕਰ ਲਵੇ ਮੁੜ ਕੇ ਉਹਦਾ ਸਾਥ ਨਹੀਂ ਛੱਡਦਾ ਹੁੰਦਾ। ਤੇ 96 'ਚ ਸਾਥ ਕਿਹਨੇ ਛੱਡਿਆ ਸੀ? ਉਹਦੇ ਪਾਪਾ ਜੀ ਨਹੀਂ ਛੱਡਿਆ ਸੀ। ਬਹੁਜਨ ਸਮਾਜ ਪਾਰਟੀ ਨੇ ਥੋੜ੍ਹੀ ਛੱਡਿਆ ਸੀ। ਬਹੁਜਨ ਸਮਾਜ ਪਾਰਟੀ ਦਾ ਤੁਹਾਡੇ ਨਾਲ ਖੜੀ ਸੀ, ਛੱਡ ਕੇ ਤੁਸੀਂ ਗਏ ਸੀ BJP ਦੇ ਨਾਲ। ਤੇ ਉਸੇ BJP ਨੂੰ, ਉਹ ਤਾਂ ਪਹਿਲੇ ਹੀ ਇਹਨਾਂ ਦਾ
ਪਤੀ ਪਤਨੀ ਦਾ ਰਿਸ਼ਤਾ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਸਾਡਾ ਬੀਜੇਪੀ ਦੇ ਨਾਲ, ਉਹ ਤਾਂ ਫਰਜ਼ੀ ਤੌਰ ਦੇ ਉੱਤੇ ਡੈਪੂਟੇਸ਼ਨ ਤੇ ਤਲਾਕ ਹੋਇਆ ਸੀਗਾ। ਤੇ ਇਹ ਜੇ ਜੇਪੀ ਨੱਡਾ ਸਾਹਿਬ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੋਚਿਆ ਜਾ ਸਕਦਾ, ਜੇ ਸੀਟਾਂ ਦਾ ਲੈਣ ਦੇਣ ਘਟਦਾ ਹੋਇਆ ਤਾਂ ਮਿੰਟ 'ਚ ਤਾਂ ਟਪੂਸੀਆਂ ਮਾਰ ਕੇ ਇਹਨਾਂ ਨੇ ਇੱਕ ਦੂਜੇ ਨਾਲ ਜਾ ਬਹਿਣੇ ਜੀ। ਕਾਂਗਰਸੀਆਂ ਦੇ ਵਿੱਚੋਂ ਵੀ ਜੇ ਘਟਨਾ ਦਾ ਹੋਇਆ ਤੇ ਕਾਂਗਰਸ ਕੋਲੇ ਵੀ ਬਹੁਮਤ ਨਾ ਆਇਆ, ਅਕਾਲੀ ਦਲ ਕੋਲੇ ਵੀ ਨਾ ਆਇਆ, ਬਹੁਜਨ ਸਮਾਜ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਕੋਲ ਨਾ ਆਇਆ, ਜੇ ਆਮ ਆਦਮੀ ਪਾਰਟੀ ਜੋ ਕਹਿੰਦੀ ਫਿਰਦੀ ਹੈ ਕਿ ਜਿਵੇਂ 12 ਦੇ ਵਿੱਚ ਅਮਰਿੰਦਰ ਸਿੰਘ ਹੋਰੀ ਇੱਕ ਮੰਤਰੀਆਂ ਦੀ ਲਿਸਟ ਵੀ ਫੜਾ ਆਏ ਸੀ, ਜਿਵੇਂ ਇਸ ਵੇਲੇ ਉਹਨਾਂ ਦੇ ਆਗੂ ਵਿਚਰ ਰਹੇ ਨੇ ਵੀ ਅਸੀਂ ਤਾਂ ਬਣੇ ਹੀ ਪਏ ਆ, ਤਾਂ ਪ੍ਰਾਈਡ ਹਾਥੇ ਪਾਲ, ਹੰਕਾਰ ਦਾ ਸਿਰ ਨੀਵਾਂ, ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਖੁਸ਼ੀ ਨਾ ਮਨਾਓ। ਜਿੱਦਣ 10 ਮਾਰਚ ਨੂੰ ਤੁਹਾਡੇ ਖੁਸ਼ੀ ਆ ਗਈ, ਤੁਸੀਂ ਬਹੁਮਤ ਨਾਲ ਜਿੱਤ ਗਏ, ਫਿਰ ਜਿੱਡੇ ਮਰਜ਼ੀ ਢੋਲ ਨਗਾੜੇ ਵਜਾਇਓ। ਸੋ ਕੁਛ ਨਹੀਂ ਕਿਹਾ ਜਾ ਸਕਦਾ। ਜੇ ਕਿਸੇ ਨੂੰ ਬਹੁਮਤ ਨਾ ਮਿਲਿਆ ਤਾਂ ਤੁਸੀਂ ਦੇਖੋ ਅਨਐਕਸਪੈਕਟਡ ਜਿਹੜੇ ਹੈ ਸਮਝੌਤੇ ਇੱਕ ਦੂਜੇ ਦੇ ਨਾਲ ਹੋਣਗੇ। ਜਿਹੜਿਆਂ ਦਾ ਕਹਿਣਗੇ ਸਾਡਾ ਸਿਧਾਂਤ ਵੀ ਨਹੀਂ ਰਲਦਾ। ਥੋੜੇ ਦਿਨ ਪਹਿਲਾਂ ਤਾਂ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਸਿਧਾਂਤਾਂ ਕਰਕੇ ਕਾਕਾ ਅਸੀਂ ਪਾਰਟੀ ਛੱਡੀ ਸੀ, ਭਾਰਤੀ ਜਨਤਾ ਪਾਰਟੀ, ਤੇ ਹੁਣ ਉਹਨਾਂ ਦੇ ਆਗੂ ਕਹਿੰਦੇ ਫਿਰਦੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ। ਫਿਰ ਸਿਧਾਂਤ ਕਿੱਥੋਂ ਇਕੱਠੇ ਹੋ ਜਾਣਗੇ? ਇਹ ਜਿਹੜੀ ਰਾਜਨੀਤੀ ਦੇ ਵਿੱਚ ਲੋਕਾਂ ਦਾ ਬੇਵਕੂਫ ਬਣਾਉਣਾ ਹੈ। ਕੋਈ ਸਿਧਾਂਤ ਨਹੀਂ, ਕੋਈ ਕੱਖ ਨਹੀਂ। ਕੁਰਸੀ ਕਿਵੇਂ ਮਿਲੇ ਉਹ ਸਿਧਾਂਤ ਇੱਕੋ ਇੱਕ ਹੈ ਇਹਨਾਂ ਰਾਜਨੀਤਿਕ ਲੋਕਾਂ ਦਾ, ਤੇ ਉਹ ਸਿਧਾਂਤ ਦੇ ਉੱਤੇ ਨਾ ਪਹਿਲਾਂ ਇਹਨਾਂ ਨੇ ਪਹਿਰਾ ਦਿੱਤਾ, ਨਾ ਕਿਸੇ ਸਿਧਾਂਤ ਤੇ ਹੁਣ ਦੇਣਾ ਹੈ। ਕੁਰਸੀ ਦਾ ਸਿਧਾਂਤ ਇਹਨਾਂ ਦਾ ਪੱਕਾ ਹੈਗਾ। ਕੁਰਸੀ ਲਈ ਸਿਧਾਂਤ ਨੂੰ ਵਿਗਾੜਿਆ ਵੀ ਜਾ ਸਕਦਾ, ਕੁਝ ਵੀ ਕੀਤਾ ਜਾ ਸਕਦਾ। ਜਿਵੇਂ ਭਾਰਤ ਦਾ ਜਿਹੜਾ ਕਾਨੂੰਨ ਹੈ ਇਹ ਮੋਮ ਦਾ ਕਾਨੂੰਨ ਹੈ, ਇਹਦਾ ਗਲ ਮੁੜ ਕੇ ਗਰਮ ਕਰਕੇ ਜਿੱਧਰ ਨੂੰ ਮਰਜ਼ੀ ਮਰੋੜ ਲਓ ਜੀ। ਇਸ ਤੋਂ ਇਲਾਵਾ ਢਿੱਲੋਂ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਇਆ ਹੈ ਕਾਰਪੋਰੇਟਾਂ ਬਾਰੇ ਕਿ ਖੇਤੀ ਦੇ ਵਿੱਚ ਕਿਸ ਤਰ੍ਹਾਂ ਉਹ ਨਿਵੇਸ਼ ਕਰਨ। ਜੇਕਰ ਕਾਰਪੋਰੇਟ ਮੁੜ ਨਿਵੇਸ਼ ਕਰਦੇ ਨੇ ਜਾਂ ਮੁੜ ਕਾਨੂੰਨ ਬਣਦੇ ਨੇ ਤਾਂ ਸੰਯੁਕਤ ਕਿਸਾਨ ਮੋਰਚੇ ਲਈ ਕਿੰਨੀ ਕੁ ਚੁਣੌਤੀ ਹੋ ਸਕਦੀ ਹੈ? ਕਿਉਂਕਿ ਚੋਣਾਂ ਦੌਰਾਨ ਤੁਸੀਂ ਦੇਖਿਆ ਕਿ ਪੰਜਾਬ ਦੀਆਂ ਜਥੇਬੰਦੀਆਂ ਦਾ ਦੋ ਫਾੜ ਹੋ ਗਈਆਂ ਨੇ, ਕੁਝ ਚੋਣ ਮੈਦਾਨ 'ਚ ਨੇ, ਕੁਝ ਵਿਰੋਧ ਕਰ ਰਹੀਆਂ ਨੇ। ਉਹਨਾਂ ਨੇ ਕੁਝ ਮਾਮਲਿਆਂ ਦੇ ਵਿੱਚ ਕਿਹਾ ਕਾਰਪੋਰੇਟਰ ਵੀ ਆਪਾਂ ਖੇਤੀ ਨੂੰ ਬਣਾਉਣਾ ਆਧੁਨਿਕ ਜੀ, ਉਹਦੇ ਲਈ ਤੁਸੀਂ ਸਾਡਾ ਸਾਥ ਦਿਓ। ਜਿਹੜਾ ਖਦਸ਼ਾ ਕੁਝ ਕਿਸਾਨ ਆਗੂ ਤੇ ਇਹ ਸਾਡੇ ਜਿਹੜੇ ਸੁਨੀਲ ਜਾਖੜ ਜੀ ਨੇ, ਸਾਬਕਾ ਪ੍ਰਧਾਨ ਪ੍ਰਦੇਸ਼ ਕਾਂਗਰਸ, ਉਹ ਥੋੜੇ ਦਿਨ ਪਹਿਲਾਂ ਜਿਤਾ ਚੁੱਕੇ ਨੇ ਕਿ ਮੋਦੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਇਹ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਦੇ ਵਿੱਚ ਲੈ ਕੇ ਆਉਣਗੇ। ਨਵੇਂ ਰੂਪ ਦੇ ਵਿੱਚ ਇਹ ਖੇਤੀ ਕਾਨੂੰਨਾਂ ਨੂੰ ਲਿਆਂਦਾ ਜਾਊਗਾ। ਤਾਂ ਅੱਜ ਇੱਕ ਅਖਬਾਰ ਦੇ ਵਿੱਚ ਉਹਨਾਂ ਦਾ ਇਹ ਦੱਸਿਆ ਹੋਇਆ ਹੈ ਕਿ ਕਾਰਪੋਰੇਟਾਂ ਨੂੰ ਖੇਤੀ ਨੂੰ ਆਧੁਨਿਕ ਸਮਰਪਣ ਬਣਾਉਣ ਦਾ ਸੱਦਾ, ਸੰਜਾਈ ਸਟਾਰਟ ਅਪ ਲਿਫਟਸ ਜਿਹੜੇ ਕਰਨੇ ਆ ਉਹਦੇ ਵਿੱਚ ਕਹਿੰਦੇ ਵੀ ਕਾਰਪੋਰੇਟ ਘਰਾਣਿਆਂ ਨੂੰ ਕਹਿੰਦੇ ਆ ਕਿ ਅਸੀਂ ਖੇਤੀ ਨੂੰ ਬਹੁਤ ਵਧੀਆ ਵੱਡਾ ਬਣਾਉਣਾ ਚਾਹੁੰਦੇ ਆ, ਤੁਸੀਂ ਆਓ ਖੇਤੀ ਦੇ ਵਿੱਚ ਤਕਨੀਕ ਦੇ ਆਧਾਰ ਤੇ ਸਾਥ ਦਿਓ। ਕਿਤੇ ਕਹਿ ਤਾਂ ਦਿੱਤਾ ਵੀ ਡਰੋਨਾਂ ਨਾਲ ਖੇਤੀ ਹੋਊਗੀ, ਉਹ ਡਰੋਨਾਂ ਦਾ 100 ਜਿਹੜਾ ਪਹਿਲੇ ਪੜਾਅ ਦਾ ਖੇਪ ਹੈ ਉਹ ਜਾਰੀ ਵੀ ਕਰਤੀ ਜੀ, ਲਓ ਅਸੀਂ ਲੈ ਲਿਆ। ਤੇ ਇਸ ਕਰਕੇ ਅਗਲੇ ਦਿਨਾਂ ਦੇ ਵਿੱਚ ਬਦਲਵੇਂ ਰੂਪ ਦੇ ਵਿੱਚ ਪਹਿਲਾਂ ਕਿਸਾਨਾਂ ਨੂੰ ਵੱਖਰੇ ਵੱਖਰੇ ਕਰਤਾ। ਉਹ ਜੇ ਚੁੱਪ ਰਹਿੰਦੇ, ਆ ਜਿਨ੍ਹਾਂ ਨੇ ਜੀਭ ਕੱਢ ਲਈ ਵੀ ਮੈਂ ਚੋਣਾਂ ਲੜਨੀਆਂ ਨੇ, ਇਹਨਾਂ ਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਂ ਬਣ ਗਿਆ ਸੀ। ਬਿਲਕੁਲ। ਤੇ ਆਪਣਾ ਜਾਂਦੇ ਜਾਂਦੇ ਆਪ, ਉਹ ਮੈਂ ਨਾ ਨਹੀਂ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨਾਂ ਕਰਕੇ ਗਿਆ ਸੀ। ਸ਼ਾਹ ਮੁਹੰਮਦ ਦਾ ਜੰਗਨਾਮਾ ਯਾਦ ਕਰੋ, ਕਿਹਾ ਸੀ ਨਾ, ਹੁੰਦੀ ਸਰਕਾਰ ਤੇ ਅੱਜ ਮੁੱਲ ਪਾਉਂਦੀ। ਜਿਨ੍ਹਾਂ ਨੇ ਮਤਲਬ ਦੁਸ਼ਮਣਾਂ ਦੀਆਂ ਉਹ ਜਵਾਬ ਦਿੱਤੇ, ਉਹਨਾਂ ਦੀਆਂ ਢਾਲਾਂ ਬਣੇ, ਉਹਨਾਂ ਨੂੰ ਜਿੱਤਿਆ। ਅਖੀਰ ਦੇ ਵਿੱਚ ਅਖੀਰ ਤੇ ਜਾ ਕੇ ਕਿਹਾ ਗਿਆ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ ਨੇ। ਜੀ ਜੀ ਹਾਂ, ਉਹ ਸੀਗਾ ਜਿਹੜਾ ਹੁੰਦੀ ਸਰਕਾਰ ਤੇ ਅੱਜ ਮੁੱਲ ਪਾਉਂਦੀ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ ਨੇ। ਜੀ ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ 77 ਤੇ ਕੇਸ ਦਰਜ ਹੋਇਆ। ਕੀ ਹੈ ਮਾਮਲਾ? ਅਕਾਲੀ ਦਲ ਨੇ ਜਿਹੜਾ ਸ਼ਿਕਾਇਤ ਕੀਤੀ ਹੈ ਜੀ, ਉਹ ਜੀ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਹੈ ਉਹਦਾ ਨਾਮ ਹੈਗਾ ਬਲਜੀਤ ਸਿੰਘ ਜਲਾਲ ਉਸਮਾ ਜੀ। ਉਹਨੇ ਜਿਹੜੀ ਇਹ ਸ਼ਿਕਾਇਤ ਕੀਤੀ ਹੈ, ਉਹ ਕਾਂਗਰਸ ਦੇ ਉਮੀਦਵਾਰ ਨੇ ਸੰਤੋਖ ਸਿੰਘ ਭਲਾਈਪੁਰ, ਉਹਨਾਂ ਦੇ ਵਿਰੁੱਧ ਕੀਤੀ ਹੈ ਕਿ ਜਿਹੜੇ ਡੇਰਾ ਰਾਧਾ ਸਵਾਮੀ ਦਾ ਸਕੱਤਰ ਹੈ ਨਿਰਮਲ ਸਿੰਘ ਪਟਵਾਲੀਆ,
ਇਹ ਕਹਿੰਦੇ ਵੀ ਕਾਂਗਰਸ ਵਾਲਿਆਂ ਦੇ ਬੂਥ ਤੇ ਬੈਠਾ ਸੀ ਤੇ ਕਹਿ ਕੇ ਵੋਟਾਂ ਪਵਾਈਆਂ ਨੇ। ਅਕਾਲੀ ਦਲ ਦੇ ਜਿਹੜੇ ਮੈਂ ਤਾਂ ਨਹੀਂ ਕਹਿੰਦਾ ਵੀ ਕਿਸੇ ਡੇਰੇ ਨੂੰ ਜਾਣਾ ਚਾਹੀਦਾ ਹੈ ਜੀ, ਤੇ ਜਿਹੜਾ ਡੇਰੇ ਵਾਲਿਆਂ ਨੇ ਕਹਿੰਦਾ ਅਕਾਲੀ ਦਲ ਦੀ ਮਦਦ ਕੀਤੀ ਹੈ ਸ਼ਰੇਆਮ, ਉਹਦੇ ਬਾਰੇ ਵੀ ਉਸਮਾਨਪੁਰ ਸਾਹਿਬ ਜਵਾਬ ਦੇ ਦੇਣ। ਅਕਾਲੀ ਦਲ ਵੱਲੋਂ ਕੋਈ ਬੋਲਿਆ ਹੀ ਨਹੀਂ। ਤੇ ਜਦੋਂ ਡੇਰੇ ਦੀਆਂ ਵੋਟਾਂ ਲੈ ਕੇ ਲੈਣ ਜਾਂਦੇ ਸੀਗੇ ਸਿਰਸੇ ਦੇ ਵਿੱਚ, ਤੇ ਬਲਜੀਤ ਸਿੰਘ ਹੋਰਾਂ ਨੂੰ ਜਿਹੜੇ ਜਲਾਲ ਉਸਮਾਨੀ, ਇਹ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ। ਤੇ ਫਿਰ ਜਦੋਂ ਬਾਕੀ ਲੈਂਦੇ ਫਿਰਦੇ ਆ, ਜੇ ਦੂਜਿਆਂ ਨੇ ਕੋਈ ਸੌਦਾ ਮਾਰ ਲਿਆ, ਉਹਦੀ ਤਕਲੀਫ ਤੁਹਾਨੂੰ ਕਿਉਂ ਹੋਈ ਹੈ? ਜਾਂ ਤਾਂ ਚੋਣ ਕਮਿਸ਼ਨ ਸਖਤ ਹਦਾਇਤ ਕਰਦੇ ਕਿ ਕੋਈ ਰਾਜਸੀ ਪਾਰਟੀ ਡੇਰੇ ਦੀਆਂ ਇਹ ਚੀਜ਼ਾਂ ਮੰਗਣ ਵਾਸਤੇ ਜਾਏਗੀ ਹੀ ਨਹੀਂ। ਜੇ ਜਾਏਗੀ ਉਹਦੀ ਮਾਨਤਾ ਰੱਦ ਹੋਵੇਗੀ, ਇਹ ਫੇਰ ਹਟਣਗੇ। ਜੇ ਤਾਂ ਅਸੀਂ ਜਾਂਦੇ ਹਾਂ ਤਾਂ ਜਾਇਜ਼ ਹੈ, ਜੇ ਦੂਜਾ ਜਾਂਦਾ ਹੈ ਤਾਂ ਨਜਾਇਜ਼ ਹੈ। ਇਸ ਕਰਕੇ ਇਹ ਜਿਹੜੀ ਡੇਰਿਆਂ ਦੀ ਮਹੱਤਤਾ ਵੱਧ ਗਈ। ਬਲਜੀਤ ਸਿੰਘ ਜੀ, ਉਹ ਦੱਸੋ ਕਿ ਜਿਹੜੀ ਤੁਹਾਡੀ ਧਾਰਮਿਕ ਸੰਸਥਾ ਸੀ, ਉਹਨਾਂ ਨੇ ਕੋਈ ਆਪਦੀ ਅਸਲ ਭੂਮਿਕਾ ਕਿਉਂ ਨਹੀਂ ਨਿਭਾਈ? ਜੇ ਉਹਨਾਂ ਨੇ ਆਪਣੀ ਅਸਲ ਭੂਮਿਕਾ ਨਿਭਾਈ ਹੁੰਦੀ ਤਾਂ ਮੈਂ ਮਹਿਸੂਸ ਕਰਦਾ ਕਿ ਅੱਜ ਇਹ ਡੇਰੇ ਨਹੀਂ ਸੀ ਖੁੱਲ੍ਹਣੇ ਜੀ। ਉਹਨਾਂ ਡੇਰਿਆਂ ਦੇ ਉੱਤੇ ਕਿਉਂ ਲੋਕ ਗਏ ਨੇ? ਗਏ ਵੀ ਉਹ ਨੇ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਇਨ ਸਿੱਖਾਂ ਕੋ ਦਿਓ ਪਾਤਸ਼ਾਹੀ, ਹੈ ਨਾ, ਜਿਨ੍ਹਾਂ ਨੂੰ ਕਿਹਾ ਸੀ ਕਿ ਰੰਗਰੇਟੇ ਗੁਰੂ ਕੇ ਬੇਟੇ, ਤੇ ਕਿਹਾ ਸੀ ਕਿ ਗੁਰੂ ਦਾ ਹੀ ਗੋਲਕ ਗਰੀਬ ਦਾ ਮੂੰਹ। ਕੀ ਤੁਸੀਂ ਉਹਨਾਂ ਗਰੀਬਾਂ ਨੂੰ ਆਪਣੇ ਵਾਲੇ ਪਾਸੇ ਲਾਇਆ, ਸਾਂਭਿਆ? ਤੇ ਫਿਰ ਜਦੋਂ ਤੁਹਾਡੇ ਉੱਥੇ ਵੜਨ ਨਹੀਂ ਦਿੰਦੇ ਤੁਸੀਂ, ਤੇ ਫਿਰ ਕਿਸੇ ਨਾ ਕਿਸੇ ਪਾਸੇ ਤਾਂ ਤੁਹਾਡੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਗਏ ਤੇ ਤੁਹਾਡੇ ਨਾਲ ਵੱਡੇ ਡੇਰੇ ਸਥਾਪਿਤ ਕਰਕੇ। ਜੀ, ਨਾ ਸਮਾਜ ਸੇਵਾ ਦਾ। ਸਮਾਜ ਸੇਵਾ ਦੇ ਪਿਛਲੇ ਪਾਸੇ ਕੰਮ ਹੋਰ ਹੁੰਦੇ ਨੇ, ਉਹ ਪਿਛਲੇ ਸਮੇਂ ਦੇ ਵਿੱਚ ਸਾਰਿਆਂ ਨੇ ਦੇਖੇ ਨੇ। ਤੇ ਇਸੇ ਕਰਕੇ ਡੇਰਾ ਮੁਖੀ ਕਈ ਸੰਗੀਨ ਕੇਸਾਂ ਦੇ ਵਿੱਚ ਫਸਿਆ ਹੋਇਆ ਹੈ ਨਾ, ਜਿਹਦੇ ਉੱਤੇ ਉਹ ਪੈਰੋਲ ਲਈ ਫਿਰਦਾ ਹੁਣ। ਬਿਲਕੁਲ ਜੀ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਬਾਅਦ ਵਾਹਗਾ ਬਾਰਡਰ ਤੇ ਹੁਸੈਨੀਵਾਲਾ ਬਾਰਡਰ ਤੇ ਰੀਟਰੀਟ ਸਰਮਨੀ ਸ਼ੁਰੂ ਹੋਈ ਹੈ। ਹੁਣ ਕਿਸ ਤਰ੍ਹਾਂ ਦੀਆਂ ਹਦਾਇਤਾਂ ਨੇ, ਕਿਉਂਕਿ ਕਰੋਨਾ ਕਰਕੇ ਪਹਿਲਾਂ ਬੰਦ ਕਰ ਦਿੱਤੀ ਗਈ ਸੀ? ਜਦ ਕੁਲਦੀਪ ਜੀ, ਜੇ ਵੱਡੀਆਂ ਰੈਲੀਆਂ ਆ ਪੰਜਾਬ ਦੀ ਧਰਤੀ ਤੇ ਸ਼ੁਰੂ ਕੀਤੀ ਹੈ ਨਾ, ਇੱਥੇ ਕਿਹੜੀ ਪਾਰਟੀ ਦੀ ਰੈਲੀ 50,000 ਤੋਂ ਘੱਟ ਹੋਈ ਹੈ? ਜੇ ਉਹ ਰੈਲੀਆਂ ਏਡੀਆਂ ਹੋ ਸਕਦੀਆਂ, ਸਕੂਲ ਤੁਸੀਂ ਖੋਲ੍ਹਤੇ। ਕਰੋਨਾ ਦੀ ਆੜ ਦੇ ਵਿੱਚ ਹੁਸੈਨੀਵਾਲਾ ਤੇ ਜਿਹੜਾ ਇਹ ਸੀਗਾ ਇੱਕ ਉਹ ਦੂਜੀ ਹੈਗੀ ਹੈ ਸਾਦਕੀ ਬਾਰਡਰ ਹੈ ਆਪਣਾ ਫਾਜ਼ਿਲਕਾ ਦੇ ਨਾਲ, ਇੱਕ ਹੁਸੈਨੀਵਾਲਾ ਹੋ ਗਿਆ ਤੇ ਵਾਹਗਾ ਬਾਰਡਰ ਹੋ ਗਿਆ। 3 ਬਾਰਡਰ ਦੇ ਬਾਰੇ ਮੈਨੂੰ ਗਿਆਨ ਹੈ। ਉੱਥੇ ਹੁਣ ਜਿਹੜੀ ਰੀਟਰੀਟ ਹੈ, ਦੋਨੇ ਪਾਸਿਓਂ ਫੌਜਾਂ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੀਆਂ ਨੇ। ਭਾਵੇਂ ਉੱਥੇ ਕਿਸੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਹ ਨਫ਼ਰਤ ਵਾਲਾ ਵੀ ਪੈਦਾ ਹੋ ਗਿਆ ਸੀ, ਲੇਕਿਨ ਹੌਲੀ ਹੌਲੀ ਉਹ ਸੰਭਲਿਆ। ਉੱਥੇ ਜਿੰਨੇ ਵੀ ਜਵਾਨ ਰਹਿੰਦੇ ਨੇ, ਭਾਵੇਂ ਉਹ ਆਪਦੇ ਮੁਲਕ ਦੀਆਂ ਹਦਾਇਤਾਂ ਮੁਤਾਬਕ ਇਸ ਕਾਰਵਾਈ ਦੇ ਵਿੱਚ ਨਜ਼ਰ ਕਰਦੇ ਨੇ, ਪਰ ਅਦਰਵਾਈਜ਼ ਉਹ ਇੱਕ ਦੂਜੇ ਨਾਲ ਮਿਲ ਕੇ ਮਿਲਵਰਤਨ ਵਾਂਗ ਰਹਿੰਦੇ ਨੇ, ਬੜਾ ਪਿਆਰ ਦਿਖਾਉਂਦੇ ਨੇ ਇੱਕ ਦੂਜੇ ਦੇ ਨਾਲ। ਅਸੀਂ ਲੋਕ ਵੀ ਕਈ ਵਾਰੀ ਜਾ ਕੇ ਆਏ ਹਾਂ ਤੇ ਉਹ ਬੜੇ ਸਤਿਕਾਰ ਨਾਲ ਪੇਸ਼ ਹੁੰਦੇ ਨੇ। ਕਦੇ ਉਹ ਇਹ ਨਹੀਂ ਕਹਿੰਦੇ, ਹਮੇਸ਼ਾ ਕਹਿਣਗੇ ਸਰਦਾਰ ਜੀ ਸਤਿ ਸ੍ਰੀ ਅਕਾਲ। ਕਈ ਵਾਰ ਉਹਨਾਂ ਦੇ ਬੰਦੇ ਵੀ ਤੇ ਸਾਡੇ ਬੰਦੇ ਵੀ ਇੱਕ ਦੂਜੇ ਨਾਲ ਫੋਟੋ ਵੀ ਖਿਚਾਉਂਦੇ ਨੇ, ਭਾਵੇਂ ਵਿਚਾਲੇ ਲਾਈਨ ਹੁੰਦੀ ਹੈ, ਉਹ ਜਾਲੀ ਲੱਗੀ ਵੀ ਹੈ, ਉਹ ਇੱਕ ਹੱਦ ਤੱਕ ਹੈ। ਉੱਪਰਲੇ ਪਾਸੇ ਉਹ ਉਧਰ ਖੜ ਕੇ, ਆਪਣੇ ਵਾਲੇ ਇੱਧਰ ਖੜ ਕੇ ਇੱਕ ਦੂਜੇ ਨਾਲ ਫੋਟੋਆਂ ਵੀ ਖਿਚਾਉਂਦੇ ਨੇ। ਇਹ ਤਾਂ ਰਾਜਨੀਤਿਕਾਂ ਨੇ ਪਾੜਾ ਪਾਇਆ ਹੋਵੇਗਾ, ਨਹੀਂ ਤਾਂ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ। ਇਸ ਜਦੋਂ ਜੇ ਇੱਕ ਹੁੰਦਾ ਸੀ, ਉਹੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ। ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ। ਜੀ, ਇਹ ਤੁਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਸੁਣ ਰਹੇ ਸੀ। ਕੱਲ੍ਹ ਨੂੰ ਨਵੇਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਫੇਰ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ ਹਾਜ਼ਰ ਹੋਣਗੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਧੰਨਵਾਦ।